कोई कोई रब जप साड़ेगा। परम सत्कारयोग गुरु मेरी साध संगत जीओ, आप पापी जी हो चुप रहो बोलो जो कि अज सानू सत्संग विच बैठने का मौका प्राप्त होया। आओ इस मौके का वध तो वध लाभ प्राप्त करिए, क्योंकि इत्थे जो साडा मालक है, जिसने सानू सिरजिया है, जिसने साडा ये ढांचा तैयार किया है, शरीर पौन पानी मिट्टी आकाश अग, ये जो तत्तर ला के एक बुत बनाया, इस बुत विच आप विराजमान होकर के आप विच बोल रहा है, इस मातलोक विच करिया है। इस मातलोक विच आ करके अनेकों तरह के कर्म कमा रहा है, जिन्हां करके इन्हां दा अगला हिसाब होना है, क्योंकि असीं सारे ही कर्मां दे वधे आए हैं और कर्म ही सानू चला रहा है। इस करके प्यारे गुरमुखो, ये इस वे जो श्री हरबंस लाल जी जिन्हां दी अज जवरसी है, उन्हां दा समूचा परिवार जिहड़ा उन्हां दी याद विच संगत नूं बुलाया, मालक की सोहबत करना, मालक की सिफत करना। मुख पवित्र होत है गुण गावत दीन दयाल। असी बैठ के सारे मालक के गुण गा रहे हैं, उसके भजन गा रहे हैं, सिमरन कर रहे हैं, जिहदे नाल साडा जिहड़ा मुख पवित्र हो रहा है। इस मुख के नाल ही बड़ा कुछ असीं बोलते हाँ, सच भी बोलते हैं, झूठ भी बोलते हैं, निंदिया भी करते हैं, चुगली करते हैं। पर जदों रूह जिहड़ी है संगत विच आ करके अपने इस मुख दे नाल सतगुर दे भजन सुनती है, भजन गाउंदी है, तो महाराज रविदास महाराज कहते हैं कि मुख पवित्र होत है गुण गावत दीन दयाल, सर्व घटा भरपूर है अंतरजामी पाल। वो सर्व गुण जिहड़े है, सर्व कला समर्थ प्रभु जी इस इंसान के अंदर रहता है, पर इन्हू भरोसा नहीं है। सर्व घटा भरपूर है अंतरजामी पाल, तुझे भरोसा ना पड़े इस कारण कंगाल। तेनू ये पता नहीं चल रहा कि परमात्मा तेरे विच है या तेरे विच, लेकिन तू जानने की कभी कोशिश नहीं की, तू मने नहीं कि मेरे विच परमात्मा है। लेकिन हर मनुख नूं जो इस मातलोक विच आया होया, ये मालक का भजन करने लई आया, ये मालक का सिमरन करने वास्ते आया है, संगतां की सेवा करने वास्ते आया है। जिन्हां नाल ये कर्म करन दे नाल इस दी 84 कट्टी जानी है, इसका देह दे बंधना तो छुटकारा हो जाना है। प्रबंध दे इस शरीर ने इत्थे आ करके ये करना सी, अपने कर्मां का जो लेना देना सी वो सतगुर के चरणों में नतमस्तक हो करके
ਆਪਣੇ ਬੰਧਨ ਜਿਹੜੇ ਆ ਉਹ ਕਟਾਣੇ ਸੀ। ਜਦੋਂ ਜਦੋਂ ਸੰਤ ਮਹਾਂਪੁਰਖ ਸਾਡੇ ਵਿੱਚ ਆਉਂਦੇ ਨੇ ਤੇ ਉਹ ਦੁਨੀਆਦਾਰੀਆਂ ਦੀ ਗੱਲਾਂ ਨਹੀਂ ਕਰਦੇ ਆ, ਉਹ ਕੇਵਲ ਤੇਰੇ ਤੇ ਤੇਰੇ ਪਰਮਾਤਮਾ ਦੇ ਵਿੱਚ ਜੋ ਦੂੜੀਆਂ ਹਨ, ਜੋ ਵਿਛੋੜੇ ਦੀਆਂ ਪਈਆਂ ਹੋਈਆਂ ਨੇ, ਉਹ ਵਿਛੋੜਾ ਮਕਾਉਣਾ ਚਾਹੁੰਦੇ ਨੇ। ਤੇਰੇ ਤੇ ਤੇਰੇ ਪਰਮਾਤਮਾ ਵਿੱਚ ਜੋ ਅੰਧਕਾਰ ਪਿਆ ਹੈ, ਪਰਮਾਤਮਾ ਹੈ ਪਰ ਤੈਨੂੰ ਦਿਸ ਨਹੀਂ ਰਿਹਾ। ਇਹ ਸੰਤ ਲੋਕ ਤੇਰੇ ਤੋਂ ਮਨ ਮਾਇਆ ਦਾ ਪਰਦਾ ਉਠਾ ਕਰਕੇ ਤੇਰੇ ਭੀਤਰ ਜਿਹੜਾ ਪਰਮਾਤਮਾ ਹੈ ਇਹ ਸੋਝੀ ਕਰਾ ਰਹੇ ਨੇ। ਜਿਨ੍ਹਾਂ ਰੂਹਾਂ ਨੂੰ ਸੋਝੀ ਹੋ ਜਾਂਦੀ ਹੈ ਕਿ ਮੇਰਾ ਪਰਮਾਤਮਾ ਮੇਰੇ ਵਿੱਚ ਹੈ, ਉਹ ਬਾਹਰ ਨਹੀਂ ਢੂੰਡਦਾ, ਉਹ ਉਸ ਨੂੰ ਅੰਦਰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਲੇਕਿਨ ਅਸੀਂ ਸਦਾ ਸਦਾ ਵਾਸਤੇ ਉਲਟ ਚੱਲੇ ਆ। ਉਲਟ ਕਿਉਂ ਚੱਲੇ ਆ? ਜਿਹੜਾ ਪਰਮਾਤਮਾ ਸਾਡੇ ਅੰਦਰ ਉਹਨੂੰ ਅਸੀਂ ਬਾਹਰ ਲੱਭਦੇ ਫਿਰਦੇ ਆ। ਬਾਹਰ ਕਿਉਂ ਲੱਭਣ ਦੀ ਖੋਜ ਪਈ ਆ? ਕਿਸੇ ਨਾ ਕਿਸੇ ਦਰ ਤੇ ਮੱਥਾ ਟੇਕਿਆ ਹੁੰਦਾ ਆ, ਆਪਣੇ ਭਾਣੇ ਰੱਬ ਨੂੰ ਮੰਨਦਾ ਹੈ, ਰੱਬ ਦੀ ਪੂਜਾ ਕਰਦਾ ਹੈ। ਲੇਕਿਨ ਇਹਦੇ ਵਿੱਚ ਜੋ ਦੁਨੀਆ ਦੀਆਂ ਚਾਹਤਾਂ ਜਿਹੜੀਆਂ ਪਈਆਂ ਹੋਈਆਂ ਨੇ, ਇਛਾਵਾਂ ਤ੍ਰਿਸ਼ਨਾਵਾਂ ਜੋ ਜਾਗੀਆਂ ਹੋਈਆਂ ਨੇ, ਉਹਨਾਂ ਇਛਾਵਾਂ ਤ੍ਰਿਸ਼ਨਾ ਨੂੰ ਪੂਰਾ ਕਰਨ ਵਾਸਤੇ ਇਹ ਪਰਮਾਤਮਾ ਨੂੰ ਮੰਨਦਾ ਹੈ। ਲੇਕਿਨ ਬਾਹਰ ਸਾਨੂੰ ਕੌਣ ਮਿਲਣਗੇ? ਬਾਹਰ ਸਾਨੂੰ ਪੂਜਾ ਜਿਹੜੀਆਂ ਸਾਡੀਆਂ ਹਨ ਉਹ ਵੱਖੋ ਵੱਖ ਹਨ। ਕੋਈ ਦੇਵਤਿਆਂ ਦੀ ਪੂਜਾ ਕਰਦਾ ਹੈ, ਕੋਈ ਜਠੇਰਿਆਂ ਦੀ ਪੂਜਾ ਕਰਦਾ ਹੈ, ਕੋਈ ਹੋਰ ਪੀਰਾਂ ਦੀ ਸੇਵਾ ਕਰਦਾ ਹੈ, ਜਾਣੀ ਕਿ ਅਨੇਕਾਂ ਸੇਵਾ ਵਿੱਚ ਇਹ ਰੁੱਝਿਆ ਹੋਇਆ ਹੈ। ਲੇਕਿਨ ਜੋ ਸਾਡੇ ਸੰਤ ਮਹਾਤਮਾ ਨੇ ਉਹ ਸਾਨੂੰ ਇੱਕ ਪੂਜਾ, ਇੱਕ ਜੋ ਭਗਤੀ ਦਾ ਮਾਰਗ ਹੈ ਉਹ ਸਾਨੂੰ ਦਿਖਾਉਂਦੇ ਨੇ ਕਿ ਇਹ ਇਨਸਾਨ ਇਸ ਮਾਰਗ ਤੇ ਚੱਲ ਕਰਕੇ ਤੂੰ ਆਪਣੇ ਆਪ ਨੂੰ ਉਸ ਟਾਰਗੇਟ ਨੂੰ ਪਾ ਸਕਦਾ ਹੈ, ਉਸ ਨਿਸ਼ਾਨੇ ਤੇ ਜਾ ਸਕਦਾ ਹੈ ਜੋ ਨਿਸ਼ਾਨਾ ਸਤਿਗੁਰੂ ਮਹਾਰਾਜ ਜੀ ਦੱਸਦੇ ਨੇ। ਗੁਰੂ ਰਵਿਦਾਸ ਮਹਾਰਾਜ ਜੀ ਅਨੇਕਾਂ ਪੂਜਾਵਾਂ ਵਿੱਚ ਫਸੀਆਂ ਹੋਈਆਂ ਰੂਹਾਂ ਇੱਕ ਸ਼ਬਦ ਨਾਲ ਖਲਾਸੀ ਕਰਾ ਰਹੇ ਨੇ। ਉਹ ਦੇਖ ਰਹੇ ਨੇ ਕਿ ਰੂਹਾਂ ਜਿਹੜੀਆਂ ਨਾਨਾ ਪ੍ਰਕਾਰ ਦੀਆਂ ਭਗਤੀਆਂ ਵਿੱਚ ਪਈਆਂ ਹੋਈਆਂ ਆ, ਇਹ ਭਗਤੀਆਂ ਦੁਨੀਆ ਦੀਆਂ ਹਨ, ਦੁਨੀਆ ਵਿੱਚ ਚੀਜ਼ਾਂ ਪ੍ਰਾਪਤ ਕਰਨ ਵਾਸਤੇ ਹਨ। ਕੋਈ ਆਪਣੇ ਕਾਰੋਬਾਰ ਵਾਸਤੇ, ਕੋਈ ਧੀਆਂ ਪੁੱਤਰਾਂ ਵਾਸਤੇ, ਕੋਈ ਹੋਰ ਕਈ ਢੰਗ ਨਾਲ, ਜਿਹੜੀ ਕਿ ਦੁਨੀਆ ਦੀ ਕੋਈ ਨਾ ਕੋਈ ਚਾਹਤ ਹੈ। ਲੇਕਿਨ ਗੁਰੂ ਸੱਚੇ ਪਾਤਸ਼ਾਹ ਜੋ ਮਹਾਂਪੁਰਸ਼, ਜੋ ਪਰਮਾਤਮਾ ਦੀਆਂ ਭੇਜੀਆਂ ਹੋਈਆਂ ਸਰਕਾਰਾਂ ਆ ਕਰਕੇ ਸਾਡੇ ਵਿੱਚ ਵਿਚਰਦੀਆਂ ਹਨ, ਸਾਨੂੰ ਉਸ ਸੱਚਾਈ ਦਾ ਗਿਆਨ ਕਰਦੀਆਂ ਹਨ ਕਿ ਇਨਸਾਨ ਜਿਹੜੀ ਚਾਹਤਾਂ ਪਿੱਛੇ ਤੂੰ ਪਿਆ ਹੋਇਆ ਹੈ, ਆਖਰ ਇੱਕ ਦਿਨ ਤੂੰ ਛੱਡ ਜਾਣੀਆਂ ਨੇ। ਜਿਹੜੇ ਤੇਰੇ ਸਵਾਸ ਨੇ, ਇਹ ਸਵਾਸ ਬੜੇ ਮਹਿੰਗੇ ਨੇ, ਬੇਸ਼ਕੀਮਤੀ ਨੇ। ਸਵਾਸ ਸਵਾਸ ਮਨ ਭਜਨ ਕਰੋ, ਸਿਮਰੋ ਸ਼੍ਰੀ ਗੁਰੂ ਨਾਮ, ਰਵਿਦਾਸ ਕਹੇ ਗੁਰ ਸ਼ਰਮੇ ਪਾਵਿ ਸੁਖ ਵਿਸ਼ਰਾਮ। ਮਹਾਰਾਜ ਜੀ ਕਹਿੰਦੇ ਇਹ ਸਵਾਸ ਤੇਰੇ ਬੜੇ ਮਹਿੰਗੇ ਆ, ਅਗਰ ਇਹ ਕਿਤੇ ਟਿਕਾਣੇ ਲੱਗ ਜਾਣ ਤਾਂ ਤੈਨੂੰ ਆਰਾਮ ਮਿਲ ਸਕਦਾ ਹੈ। ਜਿਹੜੇ ਭੌਤਿਕ ਸੁੱਖਾਂ ਵਿੱਚ ਤੂੰ ਆਰਾਮ ਲੱਭਦਾ ਫਿਰਦਾ, ਇੱਥੇ ਆਰਾਮ ਨਹੀਂ ਹੈ। ਇੱਕ ਆਰਾਮ ਮਿਲਿਆ, ਦੂਜਾ ਆਰਾਮ ਨੇ ਜਨਮ ਲੈ ਲਿਆ। ਹੋਰ 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 ਤ੍ਰਿਸ਼ਨਾ ਜਿਹੜੀਆਂ ਸਾਡੀਆਂ ਜਾਗਦੀਆਂ ਜਾਣਗੀਆਂ, ਲੇਕਿਨ ਸਾਡਾ ਮਨ ਦਾ ਠਹਿਰਾਅ ਜਿਹੜਾ ਉਹ ਨਹੀਂ ਹੋਏਗਾ। ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਕਰਦੇ ਨੇ, ਭਾਈ ਤੂੰ ਕੀ ਕਰ ਰਿਹਾ ਹੈ। ਮਹਾਰਾਜ ਨੇ ਬਾਣੀ 'ਚ ਉਚਾਰਨ ਕੀਤਾ ਕਿ ਕਿਤਨੇ ਦੇਵੀ ਦੇਵਤੇ, ਕਿਤਨੇ ਕਾਲ ਕਰਾਲ, ਭਲਿਆ ਤੂੰ ਕਿੰਨਿਆਂ ਦੀ ਪੂਜਾ ਕਰੇਗਾ। 33 ਕਰੋੜ ਦੇ ਦੇਵੀ ਦੇਵਤੇ ਨੇ, ਪੀਰ ਫਕੀਰ ਲਾਰਾ, ਹੋਰ ਕਈ ਤਰ੍ਹਾਂ। ਤੂੰ ਇੱਕ ਕੰਮ ਕਰ, ਅਸੀਂ ਕਈ ਵਾਰ ਡਰ ਨਾਲ ਭਗਤੀ ਕਰਦੇ ਕਿ ਹਰੇ ਉਹਨੂੰ ਨਹੀਂ ਮੰਨਿਆ ਤੇ ਖਰੇ ਕੀ ਹੋ ਜਾਣਾ ਹੀ, ਮੈਂ ਉੱਥੇ ਨਹੀਂ ਹਾਜ਼ਰੀ ਭਰੀ ਤਾਂ ਪਤਾ ਨਹੀਂ ਕੀ ਹੋ ਜਾਣਾ ਹੀ। ਇਹ ਸਾਡੇ ਅੰਦਰ ਡਰ ਹੈ। ਲੇਕਿਨ ਪਿਆਰੇ ਗੁਰਮੁਖੋ, ਅਗਰ ਇਸ ਤਰ੍ਹਾਂ ਡਰਦੇ ਰਹੇ, ਉਹ ਭਗਤੀ ਨਹੀਂ ਕੀਤੀ ਜਿਹੜੀ ਤੈਨੂੰ
तेरे मुकाम ते पहुँचा दे तो फिर तेरे स्वास जिहड़े एवें ही घटे गौडियां दे विच ला के चला जाएगा। गुरु रविदास महाराज जी ने साफ साफ शब्दों के विच सानू एक संदेश दिता है साडे भले वास्ते, सानू इन्हां तो डर तो मुक्त होने वास्ते एक संदेश दिता है। की है? ध्यान नाल सरवण करना कि कितने देवी देवते कितने काल कराल, ये सब खेल गोविंद के अंत न आवे कोई। भलिया कोई भी परमात्मा तो भिन्न नहीं है, सारे ही परमात्मा की आज्ञा विच हैं, सारे ही जितने देवी देवते हैं सारे परमात्मा ने ही सिरजे हैं। पर तू दुनिया दी चाहतां विच फसिया होया, नाना प्रकार दी भगतियां विच अपने मन नूं लगाया होया है, जिथे तैनूं वो सुकून जिहड़ा है वो नहीं मिल रहा, वो आनंद जिहड़ा है वो नहीं मिल रहा। साडे मन का विस्तार इतना हो रहा, भंडा भंडारिया किन्ना कुछ भार, एक मुठ चुक ला दूजी तैयार। अगर एक खास पूरी होती है तो दो जन्म लै लैंदियां, फिर की करांगा असीं? इस झंझट दे विचों सतगुरु रविदास महाराज सानूं कड्ढण की कोशिश की है कि कितने देवी देवते कितने काल कराल, जे सब खेल गोबिंद के, ये सारे खेल परमात्मा दे ने, अंत ना आवे कोई, इन्हां दा अंत कोई आ ही नहीं सकता। अंत ना आवे कोई, कहे रविदास विचार के तू प्रभु में रहो सो। महाराज ने अपना विचार इस रूह के अगे प्रगट किया है कि तू की कर, तू अपना ध्यान जिहड़ा है कितने देवी देवते कितने काल कराल, जे सब खेल गोबिंद के अंत न आवे कोई, कहे रविदास विचार के तू प्रभु में रहो सो। ये प्रभु के विच समाना, प्रभु की भगती दे नाल, और प्रभु की भगती जिहड़ी है प्यारे गुरमुख वो सानू गुरां तो मिलती है। प्रभु दे विच समाना, प्रभु दे विच लीन होना, ये कोई होर सानू गुरु तो इलावा दस ही नहीं सकता, क्योंकि ये लगता केवल गुरु करांदा है। गुरु रविदास महाराज ने फिर अपने शब्द में क्या है कि गुर की लखो दयालता सतगुरु की पसार, कहे रविदास भगवान ने दास दिए जगतार। क्या है इंसान, गुरु ने तेरे ते मेहर की नज़र की, तो एक उदम किया, तो उदम करके संगत विच आ गया। तो आए दा ते किसी रिश्तेदारी विच सी, होर किसी रिश्तेदारी नूं पूर्ण करने वास्ते आया सी, लेकिन अगे तैनूं की मिलिया, अगे तैनूं संगत मिल पई। संगत देख के तेरे मन विच होया भी चलो जी बैठे हैं बाकी तो मैं भी बैठ जा। अपना उदम जिहड़ा है तो संगत विच आकर के बैठ गया। जो संगत विच आकर के बैठा तो मालिक की नज़र विच आ गया। मालिक ने तेरे ते दृष्टि पाई तो झुकिया, नतमस्तक होया, संगत नूं नमस्कार की, महापुरखों नूं नमस्कार की। तेरी नमस्कार दे विच एक कशिश सी, एक विश्वास सी, एक प्रेम सी। तेरे ते सतगुर ने कृपा की। गुर की लखो दयालता, गुरु दयालता विच आकर, क्योंकि गुरु जो दयालता होंगे अपनी सारी दयालता संगत के उपर दृष्टि पा के करते हैं। जितनियां रूहां बैठियां हैं, ये रूहां सारियां दी सारियां अपने मालिक नूं मिलण वास्ते आईयां हुई ने। रिश्तेदारियां बाद है, जो संगत विच बैठ जाइए तो संगत का जो रिश्ता साडा परमात्मा और आत्मा का, इस दे बारे विचार करना है कि मेरी आत्मा परमात्मा के नाम मिल जाए और मेरी 84 कटी जाए, मेरा दे बंदा तो छुटकारा हो जाए, मेरी आनी जानी खत्म हो जाए। बार बार गर्भ च आना, बार बार जो जन्म लेना ये 84 है। जरूरी नहीं कि इंसान भी जन्म विच आवांगे, अनेक जीवना आप देख रहे हो। अब बरखा पै रही है 3-4 दिनों तो, आप रजाइयां लैके अंदर बैठा के उपर बड़े आराम नाल खा पी रहे हैं, किते चाह पकौड़े खाने, किते कुछ खाने, किते मूंगफली खाने, अपने मन के चाह रजाइयां विच बैठ के। लेकिन वो 84 दियां जूनां वाल ध्यान मारो जो वर्दी वर्खा विच बैठियां हुई ने। अनेकां
ਆਲਣੇ ਪਾਏ ਹੋਏ ਨੇ ਲੇਕਿਨ ਆਲਣਾ ਦੇ ਵਿੱਚ ਵੀ ਮੀਂਹ ਪੈ ਰਿਹਾ ਹੈ, ਠੰਡ ਹੈ ਪੂਰੀ। ਕਿਤੇ ਉਹ 84 ਵੱਲ ਝਾਤੀ ਮਾਰ ਕੇ ਦੇਖੋ ਪਿਆਰੇ ਗੁਰਮੁਖੋ, ਫਿਰ ਸਾਨੂੰ ਆਪਣੇ ਇਸ ਇਨਸਾਨੀ ਜਾਮੇ ਦਾ ਪਤਾ ਲੱਗੇਗਾ ਕਿ ਇਹ ਜੋ 84 ਹੈ ਸਾਨੂੰ ਉਸ ਤੋਂ ਮੁਕਤ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ। ਲੇਕਿਨ ਸਾਡੀ ਕਦੀ ਸੋਚ ਤੋਂ ਗਈ ਨਹੀਂ ਹੈ। ਕਿਉਂ ਨਹੀਂ ਗਈ? ਕਿਉਂਕਿ ਅਸੀਂ ਆਪਣੇ ਖਾ ਰਹੇ, ਪੀ ਰਹੇ, ਮੌਜ ਕਰ ਰਹੇ, ਬਸ ਮਸਤੀ ਬੈਠੇ ਹੋਏ ਆ, ਚਿੰਤਾ ਹੀ ਨਹੀਂ ਹੈ ਵੀ ਤੂੰ ਕੀ ਕਰਨ ਆਇਆ ਸੀ ਤੇ ਕੀ ਕਰ ਰਿਹਾ ਹੈ। ਲੇਕਿਨ ਤੇਰਾ ਜੋ ਵਕਤ ਹੈ ਆਪ ਜੀ ਰੋਹਣੇ ਸਰਵ ਕੀਤਾ, ਦਿਨ ਦਿਨ ਘਟਦਾ ਜਾ ਰਿਹਾ, ਦਿਨ ਦਿਨ ਉਮਰ ਘਟੇਂਦੀ ਜਾਂਦੀ, ਖਬਰ ਨਹੀਂ ਅਣਜਾਣਾ ਨੂੰ, ਰਾਜੇ ਰਾਣੇ ਪੀਰ ਬਗੰਬਰ ਲੱਦੇ ਜਾਣ ਕਿਸਾਨਾਂ ਨੂੰ। ਤੇ ਸਾਰੇ ਸਾਥੋਂ ਦੇਖ ਰਹੇ ਤੁਰ ਰਹੇ ਜਾ ਰਹੇ ਆ, ਆਪਣੇ ਆਪਣੇ ਅਸੀਂ ਵੀ ਚਲੇ ਜਾਣਾ ਹੈ। ਲੇਕਿਨ ਕੁਝ ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਜੋ ਚਲਾ ਜਾਂਦਾ ਦੁਨੀਆ ਤੋਂ, ਅਸੀਂ ਸਾਰੇ ਇਕੱਤਰ ਹੁੰਦੇ ਹਾਂ, ਜਾ ਕੇ ਸੰਸਕਾਰ ਕਰਦੇ ਹਾਂ, ਦਸਵੇਂ ਦੇ ਇਕੱਤਰ ਹੁੰਦੇ ਹਾਂ, ਚਵਰੀਆਂ ਵਾਰਸੀਆਂ ਦੇ ਇਕੱਤਰ ਹੁੰਦੇ ਹਾਂ। ਲੇਕਿਨ ਕਦੀ ਸੋਚਿਆ ਨਹੀਂ ਹੈ ਕਿ ਕਿਉਂ ਇਕੱਤਰ ਹੋਏ ਹਾਂ, ਕਦੀ ਵਿਚਾਰ ਨਹੀਂ ਕੀਤਾ। ਬਸ ਇੰਨਾ ਹੀ ਪਤਾ ਕਿ ਉਹ ਘਰ ਵਾਲੇ ਕਹਿੰਦੇ ਪਕੌੜੇ ਬਣਾਉਣੇ ਆ, ਚਾਹ ਬਣਾਉਣੀ ਹੈ, ਲੰਗਰ ਬਣਾਉਣਾ ਆ, ਤੇ ਖਾਣ ਵਾਲੇ ਕਹਿੰਦਾ ਹੀ ਖਾਣਾ ਹੈ, ਬਸ ਇੰਨਾ ਕੁ। ਲੇਕਿਨ ਜਿਹਦੇ ਸੋਚ ਆ ਜਾਏ ਕਿ ਭਾਈ ਜੇ ਅੱਜ ਇਹਦੀ ਵਾਰਕੀ ਹੋਈ ਹੈ, ਇਹਦੀ ਚਵਰੀ ਹੋਈ ਹੈ, ਇਹਦਾ ਦਸਵਾਂ ਹੈ, ਤਾਂ ਕੱਲ੍ਹ ਸਾਡਾ ਵੀ ਹੋਣਾ ਹੈ। ਮੈਂ ਕੋਈ ਇੰਤਜ਼ਾਮ ਕਰਨਾ ਹੈ ਕਿ ਮੁੜ ਕੇ ਮੇਰਾ ਵਾਰ-ਵਾਰ ਮੈਂ ਜਨਮ ਮਰਨ ਵਿੱਚ ਨਾ, ਇਹਦਾ ਕੋਈ ਮੈਂ ਹੀਲਾ ਕਰਨਾ। ਜਦੋਂ ਸਤਿਗੁਰ ਨੇ ਆਪ ਜੀ ਦੇ ਉੱਪਰ ਨਜ਼ਰ ਮਿਹਰ ਨਹੀਂ ਕੀਤੀ ਸੰਗਤ ਵਿੱਚ, ਤੇ ਸਤਿਗੁਰ ਮਹਾਰਾਜ ਜੀ ਕਹਿ ਰਹੇ ਨੇ ਕਿ ਗੁਰ ਕੀ ਲਖੋ ਦਿਆਲ ਦਾ ਸਤਿਗੁਰ ਕੀ ਉਪਸਾਰ। ਜਦੋਂ ਗੁਰੂ ਨੇ ਲਖਤਾ ਕਰਕੇ ਤੈਨੂੰ ਨਾਮ ਸ਼ਬਦ ਨਾਲ ਜੋੜਿਆ, ਸੰਗਤ ਦੇ ਨਾਲ ਜੋੜਿਆ, ਬਾਣੀ ਨਾਲ ਜੋੜਿਆ, ਬਾਣੀ ਦੇ ਸਤਸੰਗ ਨਾਲ ਜੋੜਿਆ, ਤੇ ਬਾਣੀ ਦਾ ਸਤਸੰਗ ਸਰਵਣ ਕੀਤਾ ਤੂੰ, ਤੇ ਫਿਰ ਤੈਨੂੰ ਕੀ ਪਤਾ ਲੱਗਾ ਨਹੀਂ ਭਜਨ ਕਰਨਾ ਚਾਹੀਦਾ। ਜਿਹੜਾ ਸ਼ਬਦ ਲਿਆ ਆ ਮਹਾਰਾਜ ਨੇ ਦਿੱਤਾ ਆ, ਮੈਨੂੰ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ। ਜਦੋਂ ਸ਼ਬਦ ਦੀ ਕਮਾਈ ਕੀਤੀ ਤਾਂ ਫਿਰ ਤੈਨੂੰ ਕੀ ਹੋਇਆ? ਤੈਨੂੰ ਤੇਰੇ ਅੰਦਰ ਤੇਰਾ ਪਰਮਾਤਮਾ ਜਿਹੜਾ ਸਤਿਗੁਰ ਦੇ ਰੂਪ 'ਚ ਬੈਠਾ ਹੈ, ਸ਼ਬਦ ਰੂਪ 'ਚ ਬੈਠਾ ਹੈ, ਉਹਦੇ ਤੈਨੂੰ ਨਿੱਜੀ ਸਰੂਪ ਦੇ ਦਰਸ਼ਨ ਹੋ, ਨਿੱਜੀ ਸਰੂਪ ਦੇ ਦਰਸ਼ਨ ਹੋ ਗਏ। ਤਾਂ ਫਿਰ ਕੀ ਹੋਇਆ? ਗੁਰ ਕੀ ਲਖੋ ਦਿਆਲਤਾ ਸਤਿਗੁਰ ਕੀ ਉਪਸਾਰ। ਮਹਾਰਾਜ ਕਹਿ ਰਹੇ ਕਹੇ ਰਬਦਾਸ ਉਚਾਰ ਕੇ ਦਾਸ ਦੀ ਜਗਤਾਰ। ਤੋ ਦੁਨੀਆ ਦੇ ਭਵ ਸਾਗਰ ਤੋਂ ਤਰ ਗਿਆ, ਤੋ ਦੁਨੀਆ ਤੇ ਆ ਕੇ ਆਪਣੀ ਜਨਮ ਮਰਨ ਦੀ ਖਲਾਸੀ ਕਰਾ ਲਈ, 84 ਤੋਂ ਮੁਕਤੀ ਹੋ ਗਿਆ। ਇਹ ਤੇਰਾ ਮਕਸਦ ਸੀ ਦੁਨੀਆ ਤੇ ਆਉਣ ਦਾ। ਲੇਕਿਨ ਅਸੀਂ ਇਸ ਬਾਰੇ ਵਿਚਾਰ ਨਹੀਂ ਕੀਤਾ। ਜਿਨ੍ਹਾਂ ਨੇ ਸਤਸੰਗ ਵਿੱਚ ਬਹਿ ਕਰਕੇ ਆਪਣੇ ਆਪ ਨੂੰ ਸਤਿਗੁਰ ਦੇ ਹਵਾਲੇ ਕੀਤਾ ਹੈ, ਸਤਸੰਗ ਵਿੱਚ ਸਤਸੰਗ ਦੀ ਗੱਲ ਜਿਹੜੀ ਹੈ, ਵਚਨ ਜਿਹੜਾ ਆ ਮਾਈ ਮਾਈ ਸਮਝ ਨਹੀਂ ਆਉਂਦਾ। ਸਤਸੰਗ ਵਿੱਚ ਬਹਿ ਕਰਕੇ ਆਪਣੇ ਆਪ ਨੂੰ ਸਤਿਗੁਰ ਦੇ ਹਵਾਲੇ ਕਰਨਾ ਪੈਂਦਾ। ਪਿਆਰੇ ਗੁਰਮੁਖੋ, ਜਦੋਂ ਅਸੀਂ ਆਪਣੇ ਆਪ ਨੂੰ ਹਵਾਲੇ ਕਰਾਂਗੇ ਤਾਂ ਜਾ ਕਰਕੇ ਸਾਨੂੰ ਸੰਗਤ ਦੇ ਬਚਨ ਦੀ ਸਮਝ ਆਏਗੀ, ਫਿਰ ਸਾਡਾ ਬਚਾਅ ਹੋ ਸਕਦਾ ਆ। ਵਰਨਾ ਬਚਨ ਬਚਨ ਦੇ ਅੰਦਰ ਬੜਾ ਬਚਾਅ ਹੁੰਦਾ, ਪਰ ਵਿਰਲੇ ਵਿਰਲੇ ਕੋਲੋਂ ਫਰਜ਼ਾ ਨਾ ਹੁੰਦਾ। ਵਿਰਲੀਆਂ ਰੂਹਾਂ ਹੁੰਦੀਆਂ ਨੇ ਜੋ ਆਪਣਾ ਆਪ ਸਤਿਗੁਰ ਦੇ ਚਰਨਾਂ 'ਚ ਭੇਟ ਕਰਦੀਆਂ ਨੇ। ਧਨ ਮਨ ਧਨ ਸੌਂਪ ਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਸਭ ਹੋਣ ਰਾਸ। ਉਹਨਾਂ ਰੂਹਾਂ ਦੇ ਵੀ ਕਾਰਜ ਜਿਹੜੇ ਐ ਸਹੇਲੇ ਹੁੰਦੇ ਨੇ, ਲੋਕ ਦੇ ਵੀ ਪਰਲੋਕ ਦੇ ਵੀ, ਜਿਨ੍ਹਾਂ ਨੇ ਆਪਣਾ ਆਪ ਸਤਿਗੁਰ ਦੇ ਚਰਨਾਂ ਤੋਂ ਵਾਰਿਆ ਹੈ। ਇਸ ਕਰਕੇ ਪਿਆਰੇ ਗੁਰਮੁਖੋ, ਅੱਜ ਸਤਿਗੁਰ ਸਾਨੂੰ ਕੋਈ ਵੀ ਅਗਰ ਗੱਲ ਸਮਝਾਉਣਾ ਚਾਹੁੰਦਾ ਹੈ, ਸੰਗਤ ਵਿੱਚ ਉਹ ਇੱਕ ਰਮਜ਼ ਦੇ ਰਾਹੀਂ ਸਾਨੂੰ ਸਮਝਾਉਂਦੇ ਨੇ। ਕਿਉਂਕਿ ਅੱਜ ਸਤਿਗੁਰ ਸਵਾਮੀ ਖਜ਼ਾਨਚੰਦ ਮਹਾਰਾਜ ਜੀ ਦਾ ਸ਼ਬਦ ਬਾਣੀ ਜਿਹੜੀ ਹੈ ਉਹ ਸਤਸੰਗ ਵਿੱਚ ਆਇਆ ਹੈ ਕਿ ਸਤਿਗੁਰ ਦੀਆਂ ਗੁੱਝੀਆਂ ਰਮਜ਼ਾਂ ਕੋਈ ਕੋਈ ਰਮਜ਼ ਪਛਾਣੇਗਾ। ਪਿਆਰੇ ਗੁਰਮੁਖੋ, ਦਾਸ ਬੇਨਤੀ ਕਰਦਾ ਹੈ ਕਿ ਸਤਸੰਗ ਘੜੀ ਦੀ ਘੜੀ ਹੁੰਦਾ ਹੈ, ਬਾਕੀ ਸਾਰੀ ਦਿਹਾੜੀ ਆਪਾਂ ਮੌਜ ਮਸਤੀ ਵਿੱਚ ਰਹਿਣਾ ਹੈ, ਗੱਲਾਂ ਬਾਤਾਂ 'ਚ ਰਹਿਣਾ ਹੈ, ਰਿਸ਼ਤੇਦਾਰੀਆਂ ਦੀਆਂ ਗੱਲਾਂ ਹੋਣੀਆਂ, ਖਾਣ ਪੀਣ ਦੀਆਂ ਗੱਲਾਂ ਹੋਣੀਆਂ। ਲੇਕਿਨ ਇਹ ਜੋ ਘੜੀ ਹੈ, ਇੱਕ ਘੜੀ ਆਦਿ ਤੇ ਹੁਣ ਆਦ ਸੰਤਾਂ ਸੇਤੀ ਗੋਸ਼ਟੀ ਜੋ ਕੀਨੇ ਸੁਲਾਭ। ਇਸ ਘੜੀ ਨੂੰ ਤੁਸੀਂ ਇਮਾਨਦਾਰੀ ਨਾਲ ਕਮਾ ਲਓ। ਇਹ ਜੋ ਘੜੀ ਸਤਸੰਗ ਦੀ ਹੈ, ਚਾਹੇ ਉਹ ਅੱਧੇ ਘੰਟੇ ਦੇਗੀ, ਪੌਣੇ ਘੰਟੇ ਦੇਗੀ, ਜਿਸ ਰੂਹ ਨੇ ਇਸ ਨੂੰ ਇਮਾਨਦਾਰੀ ਨਾਲ ਸੁਣ ਲਿਆ, ਇਮਾਨਦਾਰੀ ਨਾਲ ਕਮਾ ਲਿਆ, ਪਿਆਰੇ ਗੁਰਮੁਖ, ਸਾਡੇ ਲਈ ਇਹ ਘੜੀ ਲਾਭਦਾਇਕ ਹੋਏਗੀ। ਸਾਨੂੰ ਸਾਡੀ ਅਸਲੀ ਦਾ ਪਤਾ ਲੱਗੇਗਾ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ, ਤੇ ਮੈਂ ਇੱਥੇ ਆ ਕੇ ਕਰਨਾ ਕੀ ਹੈ। ਇਹ ਗੱਲਾਂ ਦਾ
सवालों का जवाब जोड़ा है वह सानू मिल सकता है। पर प्यारे गुरमुखो, ये जो साढ़े शरीर है मशीन है, ये दिनों दिन घसती जा रही है। साड़ियाँ सोचा ने हार जाना है, साढ़े दिमाग ने हार जाना है, साढ़े दिल ने हार जाना है। पर जो ये हुण मजबूत है, ये राही सोचना है, विचार करना है कि मैं की करना है सी ते की कर रहा है ते की करना मैंने चाहिए सी। ये चीज़ां तुहानूं संगत विच अपने सतगुरु महाराज जी अपनी बाणीਆਂ के माध्यम के राही सानूं समझाने की कोशिश करनगे कि सतगुर दीआं गुझियां रमजां कोई रमज पछानेगा। इस विच आकर के कोई साखी दे राही कोई मालक अपना अनुभव जो परमात्मा का अपने मिलन का सतगुर के नाल वो तुहानूं अनुभव कराएगा कि परमात्मा जिहड़ा दुनिया ते सानूं भेजण वाला है, ये घड़ी, ये जो शरीर, ये जो समा, ये जो वक्त सानूं मिलिया होया है, ये केवल दी केवल परमात्मा दे नाल मिलण वास्ते मिलिया है। अगर इस परमात्मा दे नाल मिलन तो असीं चुक गए ते महाराज जी कहंदे ने 184 जून सवाई मानस को प्रभ दी वडियाई। ये जो 184 दे विचों एक श्रेष्ठ जन्म है इंसान का, इसनों वडियाई दी है, सारी समझ दी है, सारी सोच दी है कि तू की करना है, किस तरह करना है, तेरे को अकल है, तेरे को दिमाग है, किस तरह तू संगत की सेवा करनी है, किस तरह तू संगत राही आग्ञा विच रहना है। ते महाराज सच्चे पातशाह जी कहते ये वडियाई किहदे कोल है, ये मानस दे च आई रूह जिहड़ी है उहदे कोल। 184 जून सवाई मानस को प्रभ दी वडियाई। महाराज कहते इस पौड़ी ते जो नर चूके, देखो बड़ी बड़ा वचन कर रहे महाराज कि इस पौड़ी ते जो नर चूके आए जाए दुख पाई। ये जी अगर असी मानस चोले की संभाल ना की, मानस चोले विच आकर के अगर असी अपना सही फैसला नहीं किया, अगर सतगुरां दे नाल मिलन की कदे सानू याद नहीं ना आई, तो प्यारे गुरमुखो महाराज जी कहते आए जाए दुख पाई। ये जो सानू आन का दुख और जान का दुख है वो हमेशा सानू सतांदा रहेगा, बिल्कुल सतांदा रहेगा प्यारे गुरमुखो। इस करके महाराज सच्चे पातशाह जी इस मानस चोले की वडियाई जिहड़ी है आज सतगुरु महाराज जी अपनी बाणी के माध्यम राही सानू एक रमज राही सानू संदेश दे रहे हैं कि इंसान तू की करना है। हाँ जी, मर जा रहबर कहंदे, कोई मर ना जानेगा। देखो प्यारे गुरमुखो, मर जा रहबर कहंदे पर कोई मरना जानेगा। जो मरण का बचन आता ना प्यारे गुरमुखो, जां असीं किसी को कहने जां कोई सानू कहता है तो बड़ा अजीब लगता है, बड़ा मन च गुस्सा आता है, बहुत मन में एक ठेस पहुँचती है कि तू कितना यार मैनू कहता मरण वालों। असीं तो बहुत वड्डियां अजे बना के बैठे हुए हैं, मन में विगवतां स्कीमां, मैं ये करना, मैं ये करना, मैं वो करना है। लेकिन सतगुरु महाराज सच्चे पातशाह जी मर जा रहबर कहते, ये जितने संत संघ विच साडे पूर्ण रहबर आते ने और सानू एक विधि दसदे ने कि मरो जींदे जी। अज ही सिख लै सत्संग जाना, जब तक सानू सिक्ख्या नहीं मिलेगी कि इस रूह ने जींदे जी किस तरह मरना है, जिहड़ा मरना वो मरना है, वो बिल्कुल तैयार है, वो निश्चित समा है, उहदे च कोई रोक टोक नहीं है। लेकिन जिहड़ा संत दसदे ने मरना, संत को जो नाम शब्द महापुरुषों को गुरुओं को लोगों को असी अपनी दिल की झोली डाहने कि महाराज सानू भी सच्चे पातशाह जी अपना नाम बख्शी करो, जिहदी असी कमाई करके पाप तो पा लईए। उस वक्त प्यारे गुरमुखो सानू एक जुगती दिंदे ने, जिउंदे जी मरन दी।
ਉਹ ਇੱਕ ਅਭਿਆਸ ਹੁੰਦਾ ਹੈ। ਇਹ ਜਗਿਆਸੂ ਇਹ ਰੂਹ ਜਦੋਂ ਉਸ ਅਭਿਆਸ ਵਿੱਚ ਆਪਣੇ ਆਪ ਨੂੰ ਗੁਜ਼ਾਰਦੀ ਹੈ ਤੇ ਵਾਕਈ ਪਿਆਰੇ ਗੁਰਮੁਖ ਇਹ ਰੂਹ ਜਿਹੜੀ ਹੈ ਇਸ ਸਰੀਰ ਚੋਂ ਨਿਕਲ ਕਰਕੇ ਖੰਡਾ ਬ੍ਰਹਮੰਡਾਂ ਦੀ ਸੈਰ ਕਰਦੀ ਹੈ। ਹਜ਼ਰਤ ਬਾਹੂ ਨੇ ਵੀ ਆਪਣੀ ਬਾਣੀ ਜਾ ਕੇ ਆਇਆ, ਬਾਹੂ ਜੇ ਤੂੰ ਮਰੇ ਮਰਨ ਤੋਂ ਪਹਿਲਾਂ ਤਾਂ ਮਰਨੇ ਦਾ ਮੁੱਲ ਪਏਗਾ। ਉਸ ਤਰ੍ਹਾਂ ਕਹਿੰਦਾ ਮਰ ਜਾਣਾ ਤੂੰ ਕੋਈ ਮੁੱਲ ਨਹੀਂ ਪੈਣਾ, ਪਰ ਜੇ ਤੂੰ ਮਰਨ ਤੋਂ ਪਹਿਲਾਂ ਮਰੇਗਾ ਤੇਰਾ ਮੁੱਲ ਪੈ ਜਾਏਗਾ। ਮੁੱਲ ਪਾਇਆ ਮਹਾਂਪੁਰਸ਼ਾਂ ਨੇ, ਸੰਤਾਂ ਨੇ। ਅੱਜ ਜਿਤਨੇ ਮਹਾਂਪੁਰਸ਼ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਜੀ, ਕਬੀਰ ਸਾਹਿਬ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ, ਹੋਰ ਅਨੇਕਾਂ ਗੁਰੂਜਨ ਆਏ ਨੇ ਇਸ ਸੰਸਾਰ ਵਿੱਚ, ਉਹਨਾਂ ਨੇ ਮਰਨ ਤੋਂ ਪਹਿਲਾਂ ਮਰੇ ਨੇ, ਤਾਂ ਅੱਜ ਉਹ ਦੁਨੀਆ ਦੀ ਰੁਸ਼ਨਾਈ ਬਣੇ ਹੋਏ ਨੇ। ਤਾਂ ਅਸੀਂ ਉਹਨਾਂ ਦੀਆਂ ਬਾਣੀਆਂ ਦੀਆਂ ਸੇਧਾਂ ਲੈਂਦੇ ਹਾਂ, ਉਹਨਾਂ ਦੇ ਵਚਨ ਪੜ੍ਹਦੇ ਹਾਂ ਤੇ ਅਸੀਂ ਵੀ ਆਪਣੇ ਮਾਰਗ ਨੂੰ ਸਿੱਧਾ ਕਰਦੇ ਹਾਂ। ਇਹ ਉਹਨਾਂ ਦੇ ਕਮਾਈ ਦੇ ਵਚਨ ਹਨ ਪਿਆਰੇ ਗੁਰਮੁਖੋ, ਜੋ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਤੁਸੀਂ ਵੀ ਭਾਈ ਆਪਣੇ ਆਪ ਨੂੰ ਜਿਉਂਦੇ ਜੀ ਮਾਰੋ। ਜਦੋਂ ਭਜਨ ਸਿਮਰਨ ਤੇ ਬੈਠਣਾ ਹੈ, ਆਪਣਾ ਧਿਆਨ ਸਤਿਗੁਰਾਂ ਦੇ ਚਰਨਾਂ ਵਿੱਚ ਜੋੜਨਾ ਹੈ, ਤਾਂ ਪਿਆਰੇ ਗੁਰਮੁਖੇ ਜੋ ਸਵਾਸ ਸਾਡੇ ਹਨ, ਜੋ ਆ ਔਰ ਜਾ ਰਹੇ ਨੇ, ਸਵਾਸ ਸਵਾਸ ਮਨ ਭਜਨ ਕਰੋ ਸਿਮਰੋ ਸ੍ਰੀ ਗੁਰੂ ਨਾਮ। ਇਹ ਜੋ ਸਵਾਸ ਸਵਾਸ ਸਾਡੇ ਆ ਰਹੇ ਨੇ, ਇਹਨਾਂ ਦੇ ਜਰੀਏ ਅਸੀਂ ਭਜਨ ਕਰਨਾ ਹੈ, ਸਿਮਰੋ ਸ੍ਰੀ ਗੁਰੂ ਨਾਮ। ਉਹ ਨਾਮ ਦੀ ਪੂਜਾ ਕਰਨੀ ਹੈ ਜਿਹੜਾ ਸਾਨੂੰ ਗੁਰੂ ਤੋਂ ਮਿਲਿਆ ਹੋਇਆ ਹੈ। ਪਾਵੇ ਸੁਖ ਸ਼ਾਮ ਕਹੇ ਰਵਿਦਾਸ ਚਲ ਗਏ, ਪਾਵੇ ਸੁਖ, ਉਹ ਸੁਖ ਜਿਹੜਾ ਹੈ ਤੁਹਾਡੇ ਕੋਲ ਕੁਝ ਹੈ ਨਹੀਂ ਹੈ, ਇਸ ਨਾਲ ਤੁਹਾਡਾ ਕੋਈ ਮਤਲਬ ਨਹੀਂ ਹੈ। ਤੁਹਾਨੂੰ ਸੁਖ ਮਿਲ ਰਿਹਾ ਪਰਮਾਤਮਾ ਦੇ ਨਾਮ ਦਾ। ਹਰ ਮੁਸੀਬਤ ਦਾ ਸਾਹਮਣਾ ਕਰਨ ਨੂੰ ਤੁਸੀਂ ਤਿਆਰ ਹੋ। ਕਿਉਂ? ਕਿਉਂਕਿ ਤੁਸੀਂ ਪਰਮਾਤਮਾ ਨੂੰ ਆਪਣੇ ਭੀਤਰ, ਆਪਣੇ ਘਰ ਦੇ ਵਿੱਚ ਦੇਖ ਲਿਆ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਾਹਰ ਜਨਮ ਨਾਵਾ। ਉਹ ਸ਼ਬਦ ਦੇ ਰਾਹੀਂ ਤੁਸੀਂ ਆਪਣੇ ਮਾਲਕ ਦੀ ਪਹਿਚਾਣ ਕਰ ਲਈ ਹੈ, ਉਸ ਨਿਜ ਸਰੂਪ ਦੇ ਤੁਸੀਂ ਦਰਸ਼ਨ ਕਰ ਲਏ ਨੇ। ਇਸ ਕਰਕੇ ਤੁਸੀਂ ਬੇਚਿੰਤ ਹੋ ਗਏ, ਬੇਚਿੰਤ ਹੋ ਗਏ। ਨਾਨਾ ਚਿੰਤਾ ਦੁਨੀਆ ਦੇ ਵਿੱਚ ਇਹੋ ਲੱਗੀ ਰਹਿੰਦੀ ਹੈ, ਖਾਣ ਪਕਾਣ ਆਨੰਦ ਦੀ। ਲੇਕਿਨ ਮਹਾਂਪੁਰਖਾਂ ਨੇ ਆਖਿਆ ਕਿ ਤੂੰ ਸਿਮਰਨ, ਫਿਕਰ ਕਰਨਾ ਛੋੜ ਦੇ, ਤੂੰ ਸਿਮਰਨ ਕਰ ਭਗਵਾਨ ਦਾ। ਫਿਕਰ ਉਹ ਆਪ ਕਰੇਗਾ ਜਿਨ ਜਨਮ ਦਿਆ ਇਨਸਾਨ ਦਾ। ਪਿਆਰੇ ਗੁਰਮੁਖੋ, ਪਰਮਾਤਮਾ ਦੇ ਸੱਚੇ ਪਾਤਸ਼ਾਹ ਸਾਨੂੰ ਭੇਜਣ ਵਾਲਾ ਹੈ। ਉਹ ਸਾਡੀ ਰੋਜੀ ਰੋਟੀ ਦਾ ਵੀ ਉਹਨੂੰ ਖਿਆਲ ਹੈ। ਹੱਥ ਪੈਰ ਕਾਹਦੇ ਲਈ ਦਿੱਤੇ ਸਾਨੂੰ? ਇਹ ਕਰਮ ਕਰਨ ਵਾਸਤੇ ਤੇ ਭਜਨ ਕਰਨ ਵਾਸਤੇ। ਜੋ ਸਾਨੂੰ ਦਿੱਤਾ ਹੋਇਆ ਹੈ ਸਾਡਾ ਮਨ, ਜੋ ਦੁਨੀਆ ਦੇ ਵਿੱਚ ਲੱਗਾ ਹੋਇਆ ਹੈ, ਇਹ ਆਪਣੇ ਅਸਲੀ ਕਰਮ ਤੋਂ ਭੁੱਲਿਆ ਹੋਇਆ ਹੈ। ਇਹਨੂੰ ਇਹੋ ਫਿਕਰ ਲੱਗੀ ਦੀ ਹੈ ਕਿ ਮੈਂ ਨਹੀਂ ਕਰਮ ਕਰਾਂ, ਮੈਨੂੰ ਕੌਣ ਖਾਣ ਨੂੰ ਦੇਗਾ। ਦੁਨੀਆ ਦੇ ਚਾਂਦੀ ਮਾਰੋ ਪਿਆਰੇ ਗੁਰਮੁਖੋ, ਸਾਡੀਆਂ ਤਾਂ ਲੱਤਾਂ ਬਾਹਾਂ ਹੈਗੀਆਂ, ਜਿੰਨੀਆਂ ਲੱਤਾਂ ਬਾਹਾਂ ਨਹੀਂ ਹੈ ਰੋਟੀ ਉਹ ਵੀ ਖਾ ਰਹੇ ਆ। ਮਾਲਕ ਜਿਹੜਾ ਉਹ ਸਭ ਦਾ ਖਿਆਲ ਕਰਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਅਰਪਣ ਕਰ ਦਿੰਦੇ ਹਾਂ, ਇਸ ਕਰਕੇ ਉਹ ਜੋ ਨਹੀਂ ਕਰਦੇ ਉਹਨਾਂ ਨੂੰ ਵੀ ਰੋਟੀ ਦਿੰਦਾ ਪਿਆ। ਜੋ ਉਹਦਾ ਭਜਨ ਸਿਮਰਨ ਨਹੀਂ ਕਰਦੇ ਆ, ਰੋਟੀ ਉਹਨੂੰ ਵੀ ਦਿੰਦਾ ਹੈ, ਰੋਜੀ ਰੋਟੀ ਉਹਨੂੰ ਵੀ ਦਿੱਤੀ ਹੋਈ ਹੈ। ਪੱਥਰ ਚ ਕੀੜਾ ਜਿਹੜਾ ਹੁੰਦਾ ਹੈ ਪਿਆਰੇ ਕੋਲ, ਉਹਨੂੰ ਵੀ ਰੋਟੀ ਪਹੁੰਚਾਉਂਦਾ ਆ। ਇਸ ਕਰਕੇ ਸਾਡਾ ਜੋ ਪ੍ਰਥਮੇ ਸਤ ਸਰੂਪ ਦਾ ਕਹਿ ਅਵਨਾਸੀ ਆਪ, ਮਤੇ ਵਿਆਪਕ ਹੋ ਰਾਤ ਸਤੋਖ ਮਨਜਾਬ, ਅੰਤ ਸਮੇਂ ਵੀ ਰਹੇਗਾ ਨਿਰੰਕਾਰ ਪ੍ਰਤਾਪ, ਮਨ ਬਾਣੀ ਕਰਕੇ ਭਜੇ ਮੋਚਿਤ ਕਿਲ ਵਿਸ਼ਪਾਪ, ਦਾਤਾ ਕਰਤਾ ਆਪ ਹੈ ਧਰਤੀ ਕਾਟ ਵਿਆਪ, ਮਹਿਮਾ ਬਹੁਤ ਬੇਅੰਤ ਹੈ ਸਤਿਗੁਰ ਤੇ ਹੋਏ ਥਾਪ, ਸੋ ਹੰਗ ਨਾਮ ਕੀ ਧੁਨ ਲਗੀ ਦਿਲ ਕੇ ਅੰਦਰ ਆਪ, ਕਹੇ ਰਵਿਦਾਸ ਵਿਚਾਰ ਕੀ ਜਾਨੋ ਗੁਰ ਪ੍ਰਤਾਪ। ਜਿਸਨੇ ਗੁਰੂ ਦਾ ਹੋ ਕੇ ਆਪਣੇ ਆਪ ਨੂੰ ਇਸ ਦੁਨੀਆ ਵਿੱਚ ਖਿਲਾਰਿਆ ਹੈ, ਉਸਨੇ ਸਤਿਗੁਰੂ ਦੇ ਨਾਮ ਦੇ ਪ੍ਰਤਾਪ ਵਿੱਚ ਆਪਣੇ ਆਪ ਨੂੰ ਲੱਗਿਆ ਹੋਇਆ ਹੈ। ਇਸ ਕਰਕੇ ਪਿਆਰੇ ਗੁਰਮੁਖੋ, ਇਸ ਮਾਨਸ ਦੇ ਦਾ ਮਤਲਬ ਇਹੋ ਹੀ ਹੈਗਾ ਹੈ ਕਿ ਅਸੀਂ ਜਿੱਥੇ ਦੁਨੀਆ ਦੇ ਕਾਰਜ ਕਰਦੇ ਹਾਂ, ਦੁਨੀਆ ਦੇ ਕੰਮ ਕਾਜ ਕਰਦੇ ਹਾਂ, ਗ੍ਰਸਤੀਆਂ ਨਿਭਾ ਰਹੇ ਹਾਂ, ਧੀਆਂ ਪੁੱਤਰ ਪਾਲ ਰਹੇ, ਕਾਰੋਬਾਰ ਕਰ ਰਹੇ ਹਾਂ, ਉੱਥੇ ਸਾਡਾ ਫਰਜ਼ ਬਣਦਾ ਕਿ ਅਸੀਂ ਕਿਸੇ ਗੁਰੂ ਦੇ ਚਰਨਾਂ ਵਿੱਚ ਜਾ ਕਰਕੇ ਨਤਮਸਤਕ ਹੋ ਕਰਕੇ ਉਹ ਦਾਤ ਹਾਸਲ ਕਰੀਏ, ਜਿਹਦੇ ਨਾਲ ਸਾਡਾ ਜਿਹੜਾ ਇਹ ਬਾਰ-ਬਾਰ ਨਾ ਜਿਹੜਾ ਖਤਮ ਹੋ ਜਾਏ। ਇਹ ਵੀ ਸਾਡੀ ਸੋਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਲੇਕਿਨ ਇਸ ਪਾਸੇ ਅਸੀਂ ਖਿਆਲ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਅਸੀਂ ਮਸਤ ਹਾਂ, ਅਸੀਂ ਬੜੇ ਅੱਛੇ ਚਾਹ ਵੀ ਬਹੁਤ ਆ, ਮਹਾਰਾਜ ਕੇ ਕੋਠੀ ਬੰਗਲਾ ਸਭ ਮੌਜਾਂ ਆ। ਲੇਕਿਨ ਇਹ ਮੌਜਾਂ ਕਦੋਂ ਤੱਕ ਰਹਿਣਗੀਆਂ ਤੇਰੇ ਗੁਰੂ? ਇਹ ਮੌਜਾਂ ਆਖਰ ਇੱਕ ਦਿਨ ਸਾਥੋਂ ਖੋਹ ਲੈਣੀਆਂ। ਅਸੀਂ ਕੋਈ ਕਰਮ ਕਮਾਉਂਦੇ ਆ, ਕਾਹਦੇ ਵਾਸਤੇ ਬਣਿਆ? ਕਿ ਸਵਰਗਾਂ 'ਚ ਜਾਵਾਂਗੇ। ਨਰਕਾਂ ਤੋਂ ਸਾਨੂੰ ਡਰ ਲੱਗਦਾ ਆ ਕਿ ਅਸੀਂ ਦਾਨ ਪੁੰਨ ਕਰਦੇ ਹਾਂ, ਕੁਛ ਹੋਰ ਕਰਦੇ ਆ। ਕਰਨਾ ਚਾਹੀਦਾ ਆ, ਦਾਨ ਪੁੰਨ ਕਰਨਾ ਚਾਹੀਦਾ ਹੈ, ਸ਼ੁਭ ਕਰਮ ਪੈਦਾ ਹੁੰਦੇ ਨੇ। ਲੇਕਿਨ ਕੋਈ ਇਹ ਕਹਿ ਲੈਂਦਾ ਕਿ ਮੈਂ ਤਾਂ
लंगर लाता, मैं तो दान कर देता, मैं ये करता वो करता, वो इस विच कहता कि मैं कुछ कर लिया, करना चाहिए है। लेकिन ये रूह का कल्याण जिहड़ा है, जब तक गुरु नूं मिल के ये शब्द की कमाई नहीं करती, तद तक इस रूह का कल्याण नहीं हो सकता। 84 चों नहीं बच सकती, आना जाना इसका खत्म नहीं हो सकता। फिर कई सवाल करते हैं कि जे इन्ना कुछ किया तो फिर काहदा, वो दसते ने फल सानूं कि चंगा शुभ काम करने, चंगे कर्म करने जिहड़ा है, दान पुण्य करना जिहड़ा है अच्छा है, इन्हां दा भी सानूं फल मिलता है। पर यह फल कद तक मिलेगा? सानूं महाराज जी एक मिसाल दिया करते सन कि एक 5 स्टार होटल का कमरा है, उस कमरे दे विच असीं बुक कराने रहने, उस कमरे में हर फैसिलिटी है, दुनिया भर का जिथों मर्जी तुसीं खाना खा सकते हो, बड़े बड़े होटलों में सारे खाने इंतजाम हैं, दुनिया की हर ऐशो आराम है उहदे विच। तुसीं उस होटल में रहते हो, कितना चिर हो गया उस होटल में? असीं तो उस होटल में हुंदे आ, कमरे में हुंदे आ, ते अपने आप को कहने भी असीं तो हुण स्वर्गा च आए दे आ, असीं तो मौजा करने स्वर्गा च बैठे आ, हर चीज़ की फैसिलिटी है। तो प्यारे गुरमुखो, गुरु महाराज कहते कि इस होटल में तू कितना चलेगा? जिन्ना चिर तेरी जेब च पैसे हो। जो तेरी जेब च पैसे खत्म हो गए, उदों सिक्योरिटी वाले ने तेन चुक के बाहर मारना है, चल वे दर जा। कदों तक रहना है? जब तक तुहाडी जेब च पैसा है। इस तरह प्यारे गुरमुखो, सानू दुनिया दी फैसिलिटियां चीज़ां मिल सकदियां ने, जब तक सानू साडे कोल शुभ कर्मां की पूंजी है। ये शुभ कर्म जो सारे मुकने हैं, जो असीं खा लैने, हंडा लैने तो खत्म हो जाने हैं, फिर 84 सानू आने पैने। इस करके महाराज जी कहते तू इन्हां चक्करां चों निकल करके एक भगती परमात्मा के प्यार की कर, शब्द की कमाई कर, गुरु की पूजा कर, शब्द की पूजा कर, संगत की सेवा कर, जिस नाल तेरा कुछ बनना है। आज जो कुछ तू हुण कर जाएगा बन जाएगा तेरा है। अज मौका हैगा तेरे को, कल मौका नहीं होना। मौके होंदियां ही तुसीं असीं सारिਆਂ ने अपना मन जिहड़ा है सिमरन भजन में चलाना है, सेवा में चलाना है, तां जो एक इस वास्ते कीते जांदे ने कि गुरु की नज़र में असीं चंगे होईए, असीं गुरु नूं खुश करना है कि लै महाराज सच्चे पातशाह जी तुसीं मैनूं संसार में घल्लिया, मैं इत्थे शुभ कर्म कर रहा हाँ, तेरिया संगतां की सेवा कर रहा हाँ, तेरे नाम की कमाई कर रहा हाँ। सच्चा एक ही जो गुरु खुश होंदा है तो प्यारे गुरमुखो ये दातां सारियां मिलदियां हैं। गुर तुठे ते सब कुछ पाइए। इस करके प्यारे गुरमुख जो असीं किसी का सवारदे हैं ना, सब तो पहले साडे मन में किसी की सवार नहीं होनी चाहिए है। ये असीं अपना आप सवारदे ना, सानूं दूजियां दी सवारनी चाहिए है, सानूं कुछ मिल सकता है, सानूं ऐसा कुछ हासिल हो सकता है। एक रब का बंदा सी, उसने एक मंदिर बनाया बड़ा सोहना, बहुत बड़ा मंदिर बनाया। मंदिर बना के उस विच कोई योग व्यक्ति रखना चाहता सी जो पाठ करे, नितनेम करे, संभाले इस बड़े मंदिर को, क्योंकि लोगों ने आना जाना है। वो इश्तिहार उन्होंने बंडे भी कोई ऐसा योग व्यक्ति होवे जिहड़ा इत्थे आकर के मेरे सवालों का कोई जवाब दे, अच्छे लगनगे तो उन्होंने इस मंदिर की जिम्मेवारी दी जाएगी। लोगों ने आना, बड़े बड़े विद्वाना ने। तो जो बंदा सी जिसने मंदिर बनाया सी, वो मंदिर की छत के ऊपर कमरा सी, कमरे से बैठ के वो आते जाते लोगों को देखता सी। वो दुनिया ने आना, जिहड़े विद्वान अपने आप समझदा भी असीं मंदिर चलावांगे, अच्छी सानूं तनख्वाह मिलेगी, मोटी कमाई होएगी। तो प्यारे गुरमुखो वो आवे, अपना नाम पता दसे, तो जिहड़ा बंदा है जिसने इंटरव्यू लै रहा है वो सारे कड्ढी जा रहा है, नहीं नहीं भी तुसीं जाओ, तुसीं जाओ। सवाल पूछता है, नहीं भावें वो सवाल ठीक भी हो फिर भी उन्हें जवाब दे देता है। ये काफ़ी दिन सिलसिला चलता रहा, कोई भी पास नहीं होया, उन्होंने नज़र में कोई ऐसा नहीं आया। तो प्यारे गुरमुखो एक दिन एक मातर जहा साथी बेचारा गरीबड़ा जहा
पैरी जुत्ती टुट्टी जी पाई हुई है, मैले तैले कपड़े, वो भी अज मंदिर में आया। मंदिर में आया, आके उन्हें मत्था टेकिया, तो जो बंदा उसने उस पर देखा भी आ रहा है, तो बंदे ने उसका नाम पूछिया, पता घर पूछिया, हाँ जी मैं फलाना है। कहता कि तू इस मंदिर का पुजारी बन सकता है। बड़ा हैरान होया कि मैं कितना बन सकता है, मैं ना जोग भी नहीं है, मैं पढ़िया लिखिया भी नहीं है, ना अमीर भी नहीं है, मेरे कपड़े भी ठीक नहीं है, मेरे पैरों जुत्ती भी ठीक नहीं है, तो मैं महाराज मैं थोड़ा बन सकता। कहता नहीं तेरे च जोग है। उसने पूछा महाराज इन्नी दुनिया आई थोड़े जोग में कोई नहीं आई, अज मैं किस तरह आ गया तेरे जोग में। कहता तू जोग इस तरह आया कि वो जिस रस्ते तू लंघ के आया ना, उस रस्ते विच मैं एक खड्डा पुट के उहदे विच एक इट गड्डी हुई है, नकीली है, वो इट गड्डी हुई है। बाकी जिहड़े आंदे सी कईयां नूं ठोकरां भी लगियां, खून भी वगया, लेकिन फिर भी आए और चले गए। लेकिन किसी ने भी वो खड्डे विचों इट कड्ढण की कोशिश नहीं की कि यार ये मेरे लग ही है तो कि होर दे लग जाएगी, इन्हें क्यों ना पुट दईए। लेकिन तू की देखिया, तू जो आया है तेरे वो ठोकर नहीं लगी है, लेकिन फिर भी तू देख के कि कितना लागे मजदूर काम करेगा, तो उन्होंने को कई फड़ा लैके आया, टोआ पटिया, इट कड्ढी, समतल की बराबर की, तो फिर तू आया। तुसीं ये सोचिया कि इट जिहड़ी है दूसरिਆਂ ਨੂੰ तंग करेगी, किसी दे ठोकर बजेगी, खून आ जाएगा, दुख तकलीफ होएगा, तो क्यों ना मैनू कढ़ दिया। तो ये मैं आपे कढ़ी हुई सी तां जो कोई योग व्यक्ति हुंदा जिहड़ा किसी का दर्द समझदा, दूसरे का भला करदा, जिहड़ा दूसरे का भला कर सकता है वही मंदिर नूं संभाल सकता है, पूजा अर्चना कर सकता है, क्योंकि रब भी इहो चाहुंदा है कि असीं किसी दी दुख सेवा नूं हरीए। अपने नाल कोई माड़ी कर कोई गल नहीं, लेकिन अपना दुख तकलीफ जी है दूसरे को ना कोई होवे, मेरे बचन करके, मेरे कर्म करके, ये मेरी सोच होनी चाहिए है। सो हरि शासन जी उस गरीबड़े जे व्यक्ति को उस मंदिर का पुजारी बनाता गया, और एक ही कार सी परमात्मा देख रहा है साढ़े, असीं किहड़ा कर्म कमाया, असीं अच्छा कर्म कमाया, दूजे दे भले वाला कर्म कमाया, जिस करके असीं मालिक की नज़र में ठीक होए। अज असीं बेशक दुनिया का सफर कर रहे हैं, लेकिन साडियां सोचां दे विच की कर्म हो रहे हैं ये असीं जानते हैं, लेकिन सत्संग की जो आवाज़ है, सत्संग का जो वचन है, सत्संग की जो सिक्ख्या है, उसनूं असीं धारण करके उत्ते कर्म कमाईए तो असीं भी परमात्मा की नज़र में असीं ठीक हो सकते हाँ, उसकी नज़र में आ सकते हाँ। तो महाराज शब्द गाया करते सन, जो नज़र मेहर की पै जाए, दर्द मनां दे दर्द सब दूर होंदे, जो अंदरों हिरदा झुक जाए, फिर सजदे सजदे मंजूर होंदे। असीं मत्था टेकने सिर झुकाने, पर खबरे साडा मंजूर होया कि नहीं होया, होया कि नहीं होया सानू नहीं पता। परमात्मा सानू साडा मंजूर हो जाए, साडा अंदरों हिरदा झुक जाए, उस वक्त प्यारे गुरमुख साडे अंदर साडी जो इस मनुष्य देह की जो हैगी है सोच, सानू की करना चाहिए है, वो फिर जिहड़ियां चीज़ां साडे अंदर उस पर होंदियां ने, वो प्रफुल्त होंदियां ने, फिर बंदा वो कर्म कमाने शुरू करता है जिस तरह इसकी चुरापी खत्म हो जाए। इस करके महाराज जी कई तरह दी रमजां दे राही इस रूल समझाते हैं। जिसने रमज नूं समझ लिया प्यारे गुरमुखो, महाराज जी वचन कराया करते सन, जिथे रमज फकीर की काम करती उत्थे वेद पुराण करान नहीं, जिथे गुरमुखां दे झंडे झुलते हैं उत्थे कर्म का नाम निशान नहीं, जिथे सुरत फकीर की खेलती है उत्थे आप बिन होर भगवान नहीं। मगर सिंह इस खेल का माहिर जिहड़ा दुनियादार समझ इंसान नहीं, जिहड़ा परमात्मा की गुरु की रमज नूं समझ आता है वो भी परमात्मा हो जाता, वो भी गुरु हो जाता है। इसे करके प्यारे गुरमुखो सतगुरु महाराज जी अपने बचन दौरान संगतां नूं इहो संबोधन कर रहे हैं कि बैठना है तो ईमानदारी नाल बैठो, कर्म करना है ईमानदारी नाल कर्म करो, सेवा करनी है ईमानदारी नाल कर्म कमाओ, तां जो साडा पिता परमेश्वर जिहड़ा वो खुश हो जाए। हाँ जी। नरक बहाल करे गुर जिसनू, दुख पोगे सुख मानेगा। अगर गुरु महाराज सानू नरकां 'च बहाल कर दिंदा है, उत्थे दुख ही दुख हुंदे ने,
ਲੇਕਿਨ ਜੋ ਰਮਜ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਕੇ ਗੁਰਮੁਖ ਇਹੀ ਆਖੇ ਕਿ ਗੁਰ ਗੁੰਗੇ ਗੁਰ ਬਾਵਰੇ ਗੁਰ ਕੇ ਰਹੀਏ ਦਾਸ, ਜੇ ਗੁਰ ਭੇਜੇ ਨਰਕਾਂ ਨੂੰ ਤੇ ਸਵਰਗ ਦੀ ਰੱਖੀ ਆਸ। ਅੱਜ ਗੁਰੂ ਜੀ ਨੇ ਜੋ ਬਚਨ ਕੀਤਾ ਹੈ, ਬੇਸ਼ੱਕ ਮੈਂ ਦੁੱਖ ਵਿੱਚ ਹਾਂ, ਬੇਸ਼ੱਕ ਮੈਂ ਨਰਕ 'ਚ ਹਾਂ, ਪਰ ਇਹਦੇ ਵਿੱਚ ਕੋਈ ਮੇਰਾ ਭਲਾ ਛੁਪਿਆ ਹੋਇਆ ਹੈ, ਵਕਤ ਆਉਣ 'ਤੇ ਉਹ ਬਾਹਰ ਆ ਜਾਏਗਾ। ਇਸ ਕਰਕੇ ਸਤਿਗੁਰੂ ਦੇ ਪਿਆਰ ਔਰ ਵਿਸ਼ਵਾਸ 'ਚ ਆਪਣੇ ਜੀਵਨ ਨੂੰ ਬਸਰ ਕਰਨਾ ਹੈ, ਉਹਦੀ ਰਮ ਦੇ ਉੱਪਰ ਖਲੋਣਾ ਹੈ। ਹਾਂਜੀ। ਗੁਰੂ ਘਰ ਕਸ਼ਟ ਮਿਲੇ ਜੇ ਪਾਰੀ, ਸੁਖ ਦੀ ਚਾਦਰ ਤਾਨੇਗਾ। ਅਗਰ ਗੁਰੂ ਮਹਾਰਾਜ ਦੇ ਘਰ ਵੱਲੋਂ ਕੋਈ ਗੁਰੂ ਘਰ ਵੱਲੋਂ ਕੋਈ ਦੁੱਖ ਆ ਗਿਆ ਤੇ ਮਨ ਦੇ ਉੱਪਰ ਕੋਈ ਐਸਾ ਕਰਮ ਆ ਗਿਆ ਹੈ ਜਿਸ ਨੂੰ ਗੁਰੂ ਨਜ਼ਦੀਕ ਨਾਲ ਹੋ ਕੇ ਇਹ ਕਰਮ ਨੂੰ ਮਿਟਾਉਂਦਾ ਹੈ। ਮਹਾਰਾਜ ਜੀ ਕਹਿੰਦੇ ਜੋ ਗੁਰੂ ਦੀ ਰਜ਼ਾ ਵਿੱਚ ਰਹਿੰਦੇ ਨੇ ਉਹ ਇੱਕ ਦਿਨ ਸੁੱਖ ਦੀ ਚਾਦਰ ਸੌਂ ਕੇ ਨੀਂਦ ਲੈਣਗੇ। ਇਸ ਕਰਕੇ ਜੋ ਸਾਨੂੰ ਚਾਹੀਦਾ ਹੈ, ਸਤਿਗੁਰੂ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ। ਹਾਂਜੀ। ਤਨ ਮਨ ਭੇਟ ਚੜਾ ਕੇ ਆਪਣਾ, ਦੌਲਤ ਨਾਮ ਪਸਾਨੇਗਾ। ਮਹਾਰਾਜ ਜੀ ਕਹਿ ਰਹੇ ਨੇ ਕਿ ਜਿਸ ਰੂਹ ਨੇ ਆਪਣਾ ਤਨ ਮਨ ਭੇਟ ਚੜਾ ਕੇ ਸਤਿਗੁਰ ਦੇ ਚਰਨਾਂ ਦੇ ਉੱਪਰੋਂ, ਕਹਿੰਦੇ ਉਸ ਨੂੰ ਪਤਾ ਲੱਗੇਗਾ ਵੀ ਨਾਮ ਦੀ ਦੌਲਤ ਕੀ ਹੈ। ਉਹ ਨਾਮ ਦੀ ਦੌਲਤ ਉਸ ਨੂੰ ਪ੍ਰਭੁੱਤ ਕਰੇਗੀ, ਨਾਮ ਦੀ ਦੌਲਤ ਉਸ ਨੂੰ ਇਸ ਦੁਨੀਆ ਦੇ ਉੱਪਰ ਮਹਾਨ ਬਣਾਏਗੀ। ਹਾਂਜੀ। ਇਹ ਧਨ ਭੇਟ ਅਗਨ ਦੀ ਹੋਣਾ, ਤੁਰਿਆ ਗਿਆ ਨਰ ਬਾਨੇਗਾ। ਰਜ ਨਾ ਹੋਇਆ ਲੋਕ ਦੇ ਅੰਦਰ, ਰਜ ਨਾ ਹੋਇਆ ਲੋਕ ਦੇ ਅੰਦਰ, ਲੂਣਾ ਮਿਠਾ ਕਈ ਖਾਣੇਗਾ। ਗੁਰੂ ਮਹਾਰਾਜ ਕਹਿ ਰਹੇ ਨੇ ਕਿ ਭਾਈ ਇਸ ਦੁਨੀਆ ਵਿੱਚ ਆ ਕਰਕੇ ਤੂੰ ਲੂਣਾ ਵੀ ਖਾਧਾ, ਖੱਟਾ ਵੀ ਖਾਧਾ, ਮਿੱਠਾ ਵੀ ਖਾਧਾ, ਪਰ ਇਹ ਮਨ ਰੱਜਿਆ ਨਹੀਂ ਹੈ, ਰੱਜ ਹੋਣਾ ਹੀ ਨਹੀਂ ਹੈ। ਇਸ ਕਰਕੇ ਰੱਜ ਕਿਹਦੇ ਨਾਲ ਹੋਣਾ? ਰੱਜ ਪਰਮਾਤਮਾ ਦੇ ਨਾਮ ਨਾਲ ਹੋਣਾ ਹੈ, ਜਿਹਦਾ ਤੂੰ ਸਿਮਰਨ ਕਰਨਾ ਹੈ। ਹਾਂਜੀ। ਪਿਛਲਾ ਕੀਤਾ ਸਾਂਭ ਨ ਸਕਿਆ, ਨਵੇਂ ਨਵੇਂ ਤਾਨੇ ਤਾਨੇਗਾ। ਦਾਸ ਖਜ਼ਾਨ ਨਹੀਂ ਚੁੱਪ ਹੋਇਆ, ਨਵੇਂ ਨਵੇਂ ਬੰਧਨ ਬਖਾਨੇਗਾ। ਧੰਨ ਧੰਨ ਸਤਿਗੁਰੂ ਸਵਾਮੀ ਸਿਧਾਂਤ ਮਹਾਰਾਜ ਜੀ ਲਾਸਟ ਵਿੱਚ ਕਹਿ ਰਹੇ ਸੀ ਕਿ ਭਾਈ ਜਿਤਨਾ ਚਿਰ ਸੰਸਾਰ ਵਿੱਚ ਰਿਹਾ ਚੁੱਪ ਕਰਕੇ ਨਹੀਂ ਬੈਠਾ, ਕੁਝ ਨਾ ਕੁਝ ਬੋਲਦਾ ਰਿਹਾ, ਕੁਝ ਨਾ ਕੁਝ ਸੋਚਦਾ ਰਿਹਾ, ਲੇਕਿਨ ਇਹ ਤੇਰਾ ਬੋਲਣਾ ਜਿਹੜਾ ਕਿਸੇ ਅਰਥ ਵਿੱਚ ਨਹੀਂ ਆਇਆ। ਕਿਤੇ ਚੁੱਪ ਕਰਕੇ ਸਤਿਗੁਰੂ ਦੀ ਯਾਦ ਵਿੱਚ ਬੈਠਿਆ ਹੁੰਦਾ, ਮਨ ਤੇ ਕਾਬੂ ਕਰਕੇ ਸਤਿਗੁਰੂ ਨਾਲ ਪਿਆਰ ਜਿਹੜਾ ਪਾਇਆ ਹੁੰਦਾ, ਤੇਰਾ ਅੱਜ ਨੂੰ ਕੁਝ ਨਾ ਕੁਝ ਬਣ ਜਾਣਾ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਪਿਆਰੇ ਗੁਰਮੁਖ ਭਜਨ ਸਿਮਰਨ ਕਰਨਾ ਹੈ, ਸਤਸੰਗ ਵਿੱਚ ਆਉਣਾ ਹੈ ਤੇ ਆਪਣੇ ਆਪ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਅਰਪਿਤ ਕਰ ਦੇਣਾ ਹੈ, ਚੁੱਪ ਕਰ ਜਾਣਾ ਹੈ। ਫਿਰ ਅੰਦਰ ਆਪਨੇ ਦੇਖ ਕੇ ਪਿਆਰ ਸਹਿਤ ਸਤਿਗੁਰੂ ਦਾ ਦੀਦਾਰ ਕਰਨਾ ਹੈ। ਜਦੋਂ ਸਤਿਗੁਰੂ ਦੇ ਦਰਸ਼ਨ ਦੀਦਾਰ ਹੁੰਦੇ ਨੇ ਪਿਆਰੇ ਗੁਰਮੁਖ, ਉਹ ਵੈਸੇ ਹੀ ਚੁੱਪ ਹੋ ਜਾਂਦੇ। ਬਸ ਇਹੀ ਚੁੱਪ ਜਿਹੜੀ ਹੈ ਸਾਨੂੰ ਚਾਹੀਦੀ ਹੈ ਕਿ ਸਾਨੂੰ ਜਦੋਂ ਸਤਿਗੁਰੂ ਦਾ ਪਿਆਰ ਮਿਲੇ, ਸਤਿਗੁਰੂ ਦੇ ਉੱਪਰ ਸਾਡਾ ਵਿਸ਼ਵਾਸ ਜੰਮ ਜਾਏ, ਤਾਂ ਇਸ ਰੂਹ ਨੂੰ ਆਪਣੇ ਆਪ ਹੀ ਦੀ ਜਿਹੜੀ ਖੁਰਾਕ ਹੈ ਮਿਲ ਜਾਣੀ, ਜਿੱਥੇ ਇਸਨੇ ਚੁੱਪ ਕਰ ਜਾਣਾ ਹੈ। ਵਰਨਾ ਜਦ ਤੱਕ ਅਸੀਂ ਲੋਕ ਉੱਠੇ ਹੁੰਦੇ ਕੁਝ ਨਾ ਕੁਝ ਬੋਲਦੇ ਰਹਿੰਦੇ, ਮੰਗਦੇ ਰਹਿੰਦੇ ਹਾਂ। ਸਾਡੀਆਂ ਤ੍ਰਿਸ਼ਨਾ ਆਸ਼ਨਾ ਨੂੰ ਰੋਕ ਉਦੋਂ ਲੱਗਣੀ ਹੈ ਜਦੋਂ ਅਸੀਂ ਸਤਿਗੁਰੂ ਨਾਲ ਮਿਲਣਾ ਹੈ। ਇੰਨਾ ਕੁਝ ਕਹਿੰਦੇ ਹੋਏ ਬੋਲ ਗੁਰੂ ਮਹਾਰਾਜ ਕੀ ਜੈ। ਸੋ ਸੋ ਸਰਬ ਵਿਆਪੀ ਕੀ ਜੈ ਜੈ ਜੈ।